ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਮੱਸੇ ਰੰਗੜ ਨੂੰ ਕਰਨੀ ਦਾ ਫਲ, ਭਾਗ ਤੀਜਾ, ਪੰਨਾ ਨੰਬਰ 63। ਸਿੰਘਾਂ ਲਈ ਅੰਮ੍ਰਿਤਸਰ ਦੀਆਂ ਦਰਸ਼ਨਾਂ ਤੇ ਬੰਦਸ਼। ਗਸ਼ਤੀ ਫੌਜ ਜੋ ਸਿੰਘਾਂ ਨੂੰ ਮਾਰਨ ਗਈ ਸੀ, ਉਸਦੀ ਆਪਣੀ ਦੁਰਦਸ਼ਾ ਹੁੰਦੀ ਵੇਖ ਕੇ ਜ਼ਕਰੀਆ ਖਾਨ ਦਾ ਸਕੂਨ ਜਾਂਦਾ ਰਿਹਾ ਤੇ ਰਾਤ ਦੀ ਨੀਂਦ ਹਰਾਮ ਹੋ ਗਈ। ਜਨਤਾ ਨੂੰ ਕੀ ਮੂੰਹ ਵਿਖਾਵੇ, ਬਾਦਸ਼ਾਹ ਦੀ ਨਾਰਾਜ਼ਗੀ ਵੱਖਰੀ, ਕੁਝ ਸੁੱਜੇ ਔੜੇ ਨਾ। ਉਸਨੇ ਕਾਜ਼ੀਆਂ, ਉਲਮਾ, ਮੌਲਵੀਆਂ, ਮੁਲਾਣਿਆਂ ਤੇ ਮੁਫਤੀਆਂ ਨੂੰ ਬੁਲਾ ਕੇ ਪੁੱਛਿਆ ਕਿ ਉਹ ਸਿੱਖਾਂ ਨੂੰ ਤਬਾਹ ਕਰਨ ਲਈ ਸਾਰੇ ਹਿੱਲੇ ਹਰਬੇ ਵਰਤ ਚੁੱਕਿਆ, ਕਿਹੜਾ ਜ਼ੁਲਮ ਹੈ ਜੋ ਉਹਨਾਂ ਤੇ ਨਹੀਂ ਕੀਤਾ। ਸਖਤੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਖਤਮ ਹੋਣ ਦੀ ਥਾਂ ਸਗੋਂ ਉਲਟੇ ਦਿਨੋਂ ਦਿਨ ਵਧੇ ਹਨ। ਇਹਨਾਂ ਦੀ ਇਸ ਤਰੱਕੀ ਤੇ ਵਾਧੇ ਦਾ ਕੀ ਭੇਤ ਹੈ? ਉਹਨਾਂ ਇੱਕ ਜਵਾਨ ਹੋ ਕੇ ਜਵਾਬ ਦਿੱਤਾ ਕਿ ਰੱਬ ਜਾਣੇ, ਇਹਨਾਂ ਦੇ ਗੁਰੂ ਨੇ ਗੁਰੂ ਚੱਕ ਦੇ ਸਰੋਵਰ ਵਿੱਚ ਕੀ ਅਜਿਹਾ ਆਬੇ ਹਯਾਤ ਪਾ ਦਿੱਤਾ ਹੈ ਜਿਸ ਨੂੰ ਪੀ ਕੇ ਤੇ ਜਿਸ ਵਿੱਚ ਨਹਾ ਕੇ ਐਸੇ ਨਿਡਰ, ਦਲੇਰ ਤੇ ਬੇਪਰਵਾਹ ਹੋ ਜਾਂਦੇ ਹਨ ਕਿ ਮੌਤ ਨੂੰ ਤਾਂ ਸਮਝਦੇ ਹੀ ਕੁਝ ਨਹੀਂ। ਜਿੰਨਾ ਚਿਰ ਇਹ ਇਸ ਆਬੇ ਹਯਾਤ ਨੂੰ ਪੀਂਦੇ ਰਹਿਣਗੇ ਤੇ ਇਸ ਵਿੱਚ ਇਸ਼ਨਾਨ ਕਰਦੇ ਰਹਿਣਗੇ, ਇਹਨਾਂ ਦਾ ਕੋਈ ਵਾਲ ਵਿੰਗਾ ਨਾ ਕਰ ਸਕੂ। ਇਹ ਦਿਨ ਬ ਦਿਨ ਹਮੇਸ਼ਾ ਤਰੱਕੀ ਹੀ ਕਰਦੇ ਜਾਣਗੇ। ਹਾਂ, ਜੇ ਇਹਨਾਂ ਦੋਹਾਂ ਗੱਲਾਂ ਤੋਂ ਰੋਕ ਦਿੱਤਾ ਜਾਵੇ, ਇਹਨਾਂ ਨੂੰ ਬੜੀ ਆਸਾਨੀ ਨਾਲ ਕਾਬੂ ਕਰਕੇ ਖਤਮ ਕੀਤਾ ਜਾ ਸਕਦਾ ਹੈ। ਫਿਰ ਜਦ ਨਜੂਮੀਆਂ ਤੇ ਜੋਤਸ਼ੀਆਂ ਤੋਂ ਇਸ ਬਾਰੇ ਉਹਨਾਂ ਦੀ ਰਾਏ ਪੁੱਛੀ ਤਾਂ ਉਹਨਾਂ ਵੀ ਇਹਨਾਂ ਮੁਲਾਣਿਆਂ ਦੀ ਹਾਂ ਵਿੱਚ ਹਾਂ ਮਿਲਾਈ ਕਿ ਸਿੱਖਾਂ ਦਾ ਇਲਾਜ ਬਸ ਇਹੋ ਹੀ ਹੈ। ਸਿੰਘਾਂ ਦੀ ਮਾਰ ਤੋਂ ਡਰੇ ਹੋਏ ਵਹਿਮੀ ਜ਼ਕਰੀਆ ਖਾਨ ਨੇ ਮੁਲਾਣਿਆਂ ਕਾਜ਼ੀਆਂ ਦੀ ਗੱਲ ਤੇ ਯਕੀਨ ਕਰ ਲਿਆ ਤੇ ਕਾਜ਼ੀ ਅਬਦੁਰਜ਼ਾਕ ਤੇ ਮੁਹੰਮਦ ਬਖਸ਼ ਨੂੰ 2000 ਫੌਜ ਦੇ ਕੇ ਸਰੋਵਰ ਦੇ ਦੁਆਲੇ ਕਰੜਾ ਪਹਿਰਾ ਬਿਠਾ ਦੇਣ ਲਈ ਭੇਜਿਆ ਕਿ ਕੋਈ ਸਿੱਖ ਸਰੋਵਰ ਵਿੱਚ ਨਾ ਨਾਵੇ, ਨਾ ਮੇਲਾ ਲੱਗੇ। ਜ਼ਕਰੀਆ ਖਾਨ ਦੀ ਇਹ ਭੁੱਲ ਸੀ। ਗੁਰੂ ਕੇ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਸਰੋਵਰ ਵਿੱਚ ਇਸ਼ਨਾਨ ਤੋਂ ਭਲਾ ਕੌਣ ਰੋਕੇ? ਇਹਨਾਂ ਦੋਹਾਂ ਦਾਤਾਂ ਤੋਂ ਵਾਂਝਿਆਂ ਰਹਿ ਕੇ ਉਹਨਾਂ ਦਾ ਕੀ ਜਿਉਣਾ ਸੀ? ਉਹ ਸਿਰ ਤਲੀ ਤੇ ਰੱਖ ਕੇ ਵੀ ਪੁੱਜ ਜਾਣ ਅਤੇ ਰਾਤ ਬਰਾਤੇ ਲੁਕ ਛਿਪ ਕੇ ਭੇਸ ਬਦਲ ਕੇ ਆਪ ਜਾਂ ਸਮੇਤ ਘੋੜਿਆਂ ਦੀ ਟੁੱਬੀ ਲਾ ਕੇ ਗੁਰੂ ਰਾਮਦਾਸ ਨੂੰ ਸਿਰ ਨਵਾ ਕੇ ਜੈਕਾਰੇ ਗਜਾਉਂਦੇ ਜਿੱਧਰੋਂ ਆਉਣ ਉੱਧਰ ਹੀ ਹਰਨ ਹੋ ਜਾਣ। ਪਹਿਰੇਦਾਰ ਚੁਫੇਰੇ ਬਣਾਏ ਬੁਰਜਾਂ ਚੋਂ ਵਾਲੀਆਂ ਝਾੜਦੇ 100 ਯਤਨ ਕਰਦੇ ਪਰ ਸਿੰਘਾਂ ਨੂੰ ਨਾ ਰੋਕ ਸਕੇ। ਵੈਰੀ ਨੂੰ ਉਹ ਤੁੱਛ ਸਮਝਦੇ ਸਨ ਤੇ ਮੌਤ ਦਾ ਉਹਨਾਂ ਨੂੰ ਕੋਈ ਭੈ ਨਹੀਂ ਸੀ। ਯਾਦ ਰਹੇ ਕਿ ਕਾਜ਼ੀ ਅਬਦੁਰਜ਼ਾਕ ਨੇ ਸਰੋਵਰ ਦੇ ਚੁਫੇਰੇ 4 ਬੁਰਜ ਉਸਾਰ ਕੇ ਵਿੱਚ ਬੰਦੂਕਾਂ ਦੇ ਕੇ ਚੰਗੇ ਨਿਸ਼ਾਨਚੀ ਪਹਿਰੇਦਾਰ ਬਿਠਾ ਦਿੱਤੇ ਸਨ ਤਾਂ ਕਿ ਕੋਈ ਦਰਸ਼ਨ ਇਸ਼ਨਾਨ ਨੂੰ ਆਇਆ ਸਿੰਘ ਬਚ ਕੇ ਨਾ ਜਾਵੇ। ਇਹ ਪ੍ਰਬੰਧ ਪੱਕਾ ਕਰਕੇ ਸਿੰਘਾਂ ਨੂੰ ਅਖਵਾ ਭੇਜਿਆ ਸੀ ਕਿ ਜੇ ਸਿੰਘ ਹੋ ਤਾਂ ਹੁਣ ਇਸ਼ਨਾਨ ਕਰਕੇ ਵਿਖਾਓ, ਨਹੀਂ ਤਾਂ ਆਪਣੇ ਆਪ ਨੂੰ ਗਿੱਦੜ ਅਖਵਾਓ। ਸੁੱਖਾ ਸਿੰਘ ਮਾੜੀ ਕੰਬੋਕੀ ਤੇ ਥਰਾਜ ਸਿੰਘ ਭਾਈ ਮਨੀ ਸਿੰਘ ਦਾ ਭਤੀਜਾ ਨੇ ਸਿੰਘਾਂ ਵੱਲੋਂ ਜਵਾਬ ਕਲਵਾਇਆ ਕਿ ਅਸੀਂ ਦਿਨ ਦੀਵੀਂ ਸਣ ਕੇਸੀ ਇਸ਼ਨਾਨ ਨਾ ਕਰੀਏ ਤਾਂ ਅਸੀਂ ਵਾਕਿਆ ਹੀ ਗਿੱਦੜ ਅਖਵਾਵਾਂਗੇ ਤੇ ਜੇ ਤੂੰ ਤੇ ਤੇਰੀ ਫੌਜ ਡੱਕ ਨਾ ਸਕੀ ਤਾਂ ਤੁਸੀਂ ਗਿੱਦੜਾਂ ਦੀ ਪੱਕੀ ਔਲਾਦ ਸਮਝਿਓ ਆਪਣੇ ਆਪ ਨੂੰ। ਇਸ ਚੁਣੌਤੀ ਤੇ ਪਹਿਰੇ ਹੋਰ ਪੱਕੇ ਕਰ ਦਿੱਤੇ ਗਏ। ਸੁੱਖਾ ਸਿੰਘ ਤੇ ਥਰਾਜ ਸਿੰਘ ਨੇ ਤੁਰਕਮਾਨਾਂ ਵਾਲਾ ਭੇਸ ਬਣਾਇਆ। ਮੰਜੀ ਸਾਹਿਬ ਵੱਲੋਂ ਘੋੜੇ ਅੰਦਰ ਵਾੜ ਕੇ ਸਰੋਵਰ ਵਿੱਚ ਸੁੱਟੇ, ਟੁੱਬੇ ਲਾਏ ਤੇ ਫਿਰ ਸਿਰ ਦੇ ਕੇਸ ਵੀ ਖੋਲ ਲਏ ਕਿ ਕਿਸੇ ਨੂੰ ਸ਼ੱਕ ਨਾ ਰਹੇ। ਪਹਿਰੇਦਾਰਾਂ ਪਹਿਲਾਂ ਤਾਂ ਸਮਝਿਆ ਕਿ ਤੁਰਕਮਾਨ ਸਵਾਰ ਗਰਮੀ ਤੋਂ ਆਤਰ ਹੋ ਕੇ ਗੁਸਲ ਕਰ ਰਹੇ ਹਨ। ਦੋਹਾਂ ਸੂਰਮਿਆਂ ਬਾਹਰ ਨਿਕਲ ਕੇ ਜੈਕਾਰਾ ਗਜਾਇਆ ਤੇ ਲਲਕਾਰ ਕੇ ਆਖਿਆ, ਕਾਜ਼ੀ ਗਿੱਦੜਾ, ਸਿੰਘ ਇਸ਼ਨਾਨ ਕਰਕੇ ਜਾ ਰਹੇ ਹਨ। ਗੋਲੀਆਂ ਦਾਗੀਆਂ, ਤਲਵਾਰਾਂ ਧੂ ਕੇ ਉਹਨਾਂ ਨੂੰ ਪਏ ਪਰ ਉਹ ਮਾਰਦੇ ਕੱਟਦੇ ਨਿਕਲ ਗਏ ਤੇ ਕਹਿ ਗਏ, ਅਸੀਂ ਨਿੱਤ ਆਇਆ ਕਰਾਂਗੇ, ਵੱਡੇ ਗਿੱਦੜ ਨੂੰ ਕਹਿਓ ਕਿ ਜਰਾ ਕਾਇਮ ਰਹੇ। ਸਿੰਘਾਂ ਵਿੱਚ ਵੀ ਗੱਲ ਫੈਲ ਗਈ ਕਿ ਜੋ ਇਸ ਹਾਲਤ ਵਿੱਚ ਇਸ਼ਨਾਨ ਨਾ ਕਰੇ ਉਹ ਸਿੰਘ ਹੀ ਨਹੀਂ। ਸਿੰਘ ਜਾਨ ਤਲੀ ਤੇ ਧਰ ਕੇ ਆਉਂਦੇ, ਕਈ ਮਾਰ ਕੇ ਆਪ ਵੀ ਲੇਖੇ ਲੱਗੇ, ਕਈ ਜ਼ਖਮੀ ਹੋ ਕੇ ਨਿਕਲ ਵੀ ਗਏ ਪਰ ਇਸ਼ਨਾਨ ਤੋਂ ਵਾਂਝੇ ਨਾ ਰਹੇ। ਸ਼ਮਾ ਜਲੇ ਤੇ ਪਤੰਗਾ ਰੁਕ ਜਾਵੇ, ਅਨਹੋਣੀ ਗੱਲ ਹੈ। ਸੂਰਮਿਆਂ ਦੇ ਸਿਰਾਂ ਨਾਲ ਦਾਈਏ ਹੁੰਦੇ ਹਨ, ਸੋ ਸਿੰਘਾਂ ਕਰ ਵਿਖਾਈ। ਜਾਨ ਪਿਆਰੀ ਕੀਤਿਆਂ ਆਣ ਦੀ ਅਜਮਾਇਸ਼ ਚੋਂ ਪਾਸ ਨਹੀਂ ਹੋਇਆ ਜਾਂਦਾ। ਗੁਰੂ ਮਹਾਰਾਜ ਲਈ ਸਿੱਖ ਸਭ ਕੁਝ ਨਿਸ਼ਾਵਰ ਕਰ ਦਿੰਦਾ ਹੈ।
जो तो प्रेम खेलन का चाओ, सिर धर तली गली मेरी आओ, इतमार्ग पैर धरीजै, सिर दीजै कान न कीजै। अनुसार हर के द्वार शहीद होण नूं ओह धन भाग समझदे सन। ਸਰੋਵਰ ਦੇ ਚੁਫੇਰੇ, ਮੌਤ ਦੇ ਸਾਹਮਣੇ ਦਿਖਾਈ ਜਾਣ ਵਾਲੀ ਦਲੇਰੀ, ਅਥਾਹ ਧਾਰਮਿਕ ਜਜ਼ਬੇ ਤੇ ਆਪਣੇ ਸਤਿਗੁਰੂ ਦੇ ਦੁਆਰੇ ਕੁਰਬਾਨ ਹੋਣ ਲਈ ਸਪਿਰਿਟ ਦਾ ਜ਼ਿਕਰ ਜਾਨ ਮੈਲਕਮ ਨੇ ਆਪਣੀ ਪ੍ਰਸਿੱਧ ਪੁਸਤਕ ਸਕੈਚ ਆਫ ਦੀ ਸਿਕਸ ਵਿੱਚ ਇਸ ਪ੍ਰਕਾਰ ਕੀਤਾ ਹੈ। ਕੁਝ ਲੁਕ ਛੁਪ ਕੇ ਯਾਤਰਾ ਕਰਦੇ ਸਨ, ਕੁਝ ਭੇਸ ਬਦਲ ਕੇ, ਪਰ ਇੱਕ ਮੁਸਲਮਾਨ ਸਮਕਾਲੀ ਲਿਖਾਰੀ ਅਨੁਸਾਰ ਸਿੱਖ ਘੋੜ ਚੜੇ ਆਮ ਤੌਰ ਤੇ ਪੂਰੀ ਰਫ਼ਤਾਰ ਨਾਲ ਆਪਣੇ ਧਰਮ ਮੰਦਰ ਸ਼੍ਰੀ ਹਰਿਮੰਦਰ ਸਾਹਿਬ ਵੱਲ ਘੋੜੇ ਭਜਾਈ ਜਾਂਦੇ ਵੇਖੀਦੇ ਸਨ। ਕਈ ਵਾਰੀ ਉਹ ਇਸ ਯਤਨ ਵਿੱਚ ਮਾਰੇ ਜਾਂਦੇ ਸਨ ਅਤੇ ਕਈ ਫੜੇ ਜਾਂਦੇ ਸਨ, ਪਰ ਅਜਿਹੇ ਮੌਕੇ ਤੇ ਉਹ ਜਾਨ ਬਚਾਉਣ ਨਾਲੋਂ ਸ਼ਹੀਦੀ ਦਾ ਤਾਜ ਪ੍ਰਾਪਤ ਕਰਨ ਦੀ ਇੱਛਾ ਕਰਦੇ ਸਨ। ਅਤੇ ਉਹੀ ਲਿਖਾਰੀ ਲਿਖਦਾ ਹੈ, ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਅੰਮ੍ਰਿਤਸਰ ਨੂੰ ਜਾਂਦੇ ਫੜੇ ਗਏ ਕਿਸੇ ਇੱਕ ਵੀ ਸਿੱਖ ਨੇ ਆਪਣਾ ਧਰਮ ਤਿਆਗਣਾ ਪ੍ਰਵਾਨ ਕੀਤਾ ਹੋਵੇ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ। ਦਸਮੇਸ਼ ਜੀ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਆਪਣੇ ਦੋਵੇਂ ਮਹਿਲਾ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਨੂੰ ਤੋਰ ਦਿੱਤਾ ਸੀ। ਦਮਦਮਾ ਸਾਹਿਬ ਵਿਖੇ ਮਿਲਾਪ ਤੋਂ ਬਾਅਦ ਮਾਤਾ ਸੁੰਦਰੀ ਜੀ ਤਾਂ ਦਿੱਲੀ ਆ ਗਏ ਸਨ, ਪਰ ਮਾਤਾ ਸਾਹਿਬ ਦੇਵਾ ਨਾਂਦੇੜ ਤੱਕ ਦਸ਼ਮੇਸ਼ ਜੀ ਦੇ ਨਾਲ ਗਏ, ਜਿੱਥੋਂ ਸ਼ਹਾਦਤ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਨੂੰ ਵਾਪਸ ਦਿੱਲੀ ਹੀ ਭੇਜ ਦਿੱਤਾ ਸੀ। ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਦੇ ਨਾਲ ਹੀ ਦਿੱਲੀ ਆ ਗਏ ਸਨ। ਮਾਤਾ ਸੁੰਦਰੀ ਜੀ ਦਿੱਲੀ ਹੀ ਸਨ ਜਦ ਬੰਦਾ ਸਿੰਘ ਬਹਾਦਰ ਨੂੰ ਉਸਦੇ ਸਾਥੀਆਂ ਸਮੇਤ ਇੱਥੇ ਲਿਆ ਕੇ ਸ਼ਹੀਦ ਕੀਤਾ ਗਿਆ ਸੀ। ਬੰਦਾ ਸਿੰਘ ਪਿੱਛੋਂ ਆਪਸੀ ਵਿਰੋਧ ਦੀਆਂ ਕੁਝ ਤਰੇੜਾਂ ਪੈਣ ਲੱਗ ਪਈਆਂ ਤੇ ਗੱਲ ਫਿਰ ਇੰਨੀ ਵਧੀ ਕਿ ਦੋ ਧੜੇ ਬਣ ਗਏ, ਇੱਕ ਤੱਤ ਖਾਲਸਾ ਤੇ ਦੂਜਾ ਬੰਦਈ ਸਿੰਘਾਂ ਦਾ। ਜੇ ਕੋਈ ਬਲਵਾਨ ਤੇ ਸਿਆਣਾ ਆਗੂ ਸਿਰ ਤੇ ਹੁੰਦਾ ਤਾਂ ਇਹ ਪਾੜਾ ਨਾ ਵੱਧਦਾ, ਜਿਸ ਦਾ ਅੰਤ ਇੱਕ ਦੁਖਾਂਤ ਦੇ ਰੂਪ ਵਿੱਚ ਹੋਇਆ। ਮਾਤਾ ਸੁੰਦਰੀ ਜੀ ਨੇ ਇਸ ਅਜੋੜ ਨੂੰ ਮੇਟਣ ਲਈ ਤੇ ਪੰਥ ਦੀ ਯੋਗ ਅਗਵਾਈ ਵਾਸਤੇ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਅੰਮ੍ਰਿਤਸਰ ਭੇਜ ਦਿੱਤਾ ਕਿ ਸਿੰਘਾਂ ਵਿੱਚ ਸੁਲ੍ਹਾ ਸਫਾਈ ਕਰਾ ਕੇ ਮਿਲਾਪ ਰੱਖਿਆ ਜਾਵੇ ਤੇ ਫੁੱਟ ਨੂੰ ਰੋਕਿਆ ਜਾਵੇ। ਦਰਬਾਰ ਸਾਹਿਬ ਦਾ ਚੜਾਵਾ ਦਿੱਲੀ ਭੇਜਣ ਦੀ ਥਾਂ ਉੱਥੇ ਰੱਖ ਕੇ ਲੰਗਰ 'ਚ ਲਾਇਆ ਜਾਵੇ, ਉਸਾਰੀ ਤੇ ਗਰੀਬਾਂ ਦੀ ਸਹਾਇਤਾ ਲਈ ਵਰਤਿਆ ਜਾਵੇ। ਭਾਈ ਸਾਹਿਬ ਜੀ ਨੇ ਇਹਨਾਂ ਆਦੇਸ਼ਾਂ ਨੂੰ ਇੰਨ ਬਿੰਨ ਪੂਰੀ ਤਰ੍ਹਾਂ ਨਿਭਾਇਆ। ਦਿੱਲੀੋਂ ਆ ਕੇ ਸ਼ਹਾਦਤ ਤੱਕ ਕਥਾ ਕੀਰਤਨ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਜੁਟੇ ਰਹੇ ਤੇ ਸਿੰਘਾਂ ਦੀ ਯਥਾਯੋਗ ਧਾਰਮਿਕ ਅਗਵਾਈ ਕਰਦੇ ਰਹੇ। ਭਾਈ ਸਾਹਿਬ ਜੀ ਦਸ਼ਮੇਸ਼ ਜੀ ਤੋਂ ਵਰਸਾਏ ਹੋਏ ਸਨ ਤੇ ਉਹਨਾਂ ਦੀ ਹਜ਼ੂਰੀ ਵਿੱਚ ਕਾਫੀ ਸਮਾਂ ਰਹਿ ਚੁੱਕੇ ਸਨ, ਇਸ ਲਈ ਖਾਲਸਾ ਪੰਥ ਵਿੱਚ ਇਹਨਾਂ ਨੂੰ ਸਤਿਕਾਰ ਨਾਲ ਵੇਖਿਆ ਜਾਂਦਾ ਸੀ। ਇਹਨਾਂ ਦੀ ਜਥੇਦਾਰੀ ਵਿੱਚ ਅੰਮ੍ਰਿਤ ਛਕਣਾ ਸਿੰਘਾਂ ਵਿੱਚ ਬੜੇ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ। ਮੁਗਲ ਸਰਕਾਰ ਦੇ 1733 ਤੱਕ ਦੇ ਭਿਆਨਕ ਸਮੇਂ ਵਿੱਚ ਵੀ ਇਹਨਾਂ ਨੂੰ ਕਿਸੇ ਕੁਝ ਨਹੀਂ ਸੀ ਕਿਹਾ। ਜਦ ਅਤੀ ਕਹਿਰ ਦਾ ਸਮਾਂ ਆਇਆ ਤਾਂ ਉਹ ਭੇਸ ਬਦਲ ਕੇ ਦਰਬਾਰ ਸਾਹਿਬ ਦੀ ਸੇਵਾ ਲਈ ਪਹਿਲਾਂ ਵਾਂਗ ਹੀ ਉੱਥੇ ਟਿਕੇ ਰਹੇ। ਮਿੱਠਾ ਸੁਭਾਅ, ਮਿੱਠੀ ਬੋਲੀ, ਹਰ ਇੱਕ ਨਾਲ ਪਿਆਰ ਭਰਿਆ ਇੱਕੋ ਜਿਹਾ ਸਲੂਕ ਤੇ ਕਿਸੇ ਵੀ ਕਿਸਮ ਦੀ ਮੇਰ ਤੇਰ ਨਾ ਹੋਣ ਕਰਕੇ ਕੁਝ ਉਦਾਸੀ ਹਿੰਦੂ ਸਾਧ ਤੇ ਮੁਸਲਮਾਨ ਸੂਫੀ ਫਕੀਰ ਵੀ ਇਹਨਾਂ ਨਾਲ ਟਿਕੇ ਹੋਏ ਸਨ, ਜਿਸ ਕਰਕੇ ਇਹਨਾਂ ਉੱਤੇ ਕਿਸੇ ਨੂੰ ਕੋਈ ਸ਼ੱਕ ਨਾ ਪਿਆ। ਇਹਨਾਂ ਦਾ ਉੱਚਾ ਸੁੱਚਾ ਆਚਰਣ ਤੇ ਸਾਧੂ ਸੁਭਾਅ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ, ਇਸ ਲਈ ਸ਼ਹਿਰ ਵਿੱਚ ਬੜੇ ਹੀ ਹਰਮਨ ਪਿਆਰੇ ਹੋ ਗਏ ਸਨ। ਇੱਥੋਂ ਤੱਕ ਕਿ ਕਾਜ਼ੀ ਅਬਦੁਰ ਰਜ਼ਾਕ ਤੇ ਮੁਹੰਮਦ ਬਖਸ਼ ਖਾਨ ਵੀ ਇਹਨਾਂ ਦਾ ਬੜਾ ਸਤਿਕਾਰ ਕਰਦੇ ਸਨ। ਜ਼ਕਰੀਆ ਖਾਨ ਨੇ ਅੰਮ੍ਰਿਤਸਰ ਵਿਖੇ ਦੀਵਾਲੀ ਦਾ ਮੇਲਾ ਕੁਝ ਸਮੇਂ ਤੋਂ ਬੰਦ ਕੀਤਾ ਹੋਇਆ ਸੀ। ਭਾਈ ਸਾਹਿਬ ਜੀ ਨੇ ਕਾਜ਼ੀ ਨਾਲ ਚੰਗੀ ਰਸਾਈ ਪੈਦਾ ਕਰਕੇ ਲਾਹੌਰੋਂ ਇਹ ਇਜਾਜ਼ਤ ਲੈ ਲਈ ਕਿ ਸਿੰਘਾਂ ਨੂੰ ਇਸ ਸਾਲ ਦੀਵਾਲੀ ਦਾ ਮੇਲਾ ਲਾ ਲੈਣ ਦਿੱਤਾ ਜਾਵੇ। ਮੇਲੇ ਵਿੱਚ ਪੂਰਾ ਅਮਨ ਅਮਾਨ ਰਹੇਗਾ ਤੇ ਮੇਲੇ ਤੋਂ ਅਗਲੇ ਦਿਨ ਸਿੰਘ ਚੁੱਪਚਾਪ ਵਾਪਸ ਚਲੇ ਜਾਣਗੇ, ਕੋਈ ਮਾੜੀ ਘਟਨਾ ਨਹੀਂ ਵਾਪਰੇਗੀ। ਖਾਨ ਬਹਾਦਰ ਨੇ ਇਜਾਜ਼ਤ ਤਾਂ ਦੇ ਦਿੱਤੀ, ਪਰ ਨਾਲ ਹੀ ਇਹ ਸ਼ਰਤ ਵੀ ਲਾ ਦਿੱਤੀ ਕਿ ਮੇਲੇ ਤੋਂ ਬਾਅਦ ਉਹ 10,000 ਰੁਪਏ ਮੇਲੇ ਦੇ ਟੈਕਸ ਵਜੋਂ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ। ਭਾਈ ਮਨੀ ਸਿੰਘ ਜੀ ਦਾ ਵਿਚਾਰ ਸੀ ਕਿ ਮੇਲੇ ਦੀ ਚੜ੍ਹਤ ਤੋਂ ਇਹ ਰਕਮ ਭਰਨੀ ਔਖੀ ਨਹੀਂ ਹੋਵੇਗੀ, ਇਸ ਲਈ ਭਾਈ ਸਾਹਿਬ ਨੇ ਦੂਰ ਨੇੜੇ ਥਾਂ ਥਾਈਂ ਖਾਲਸੇ ਨੂੰ ਮੇਲੇ ਤੇ ਆਉਣ ਲਈ ਸੱਦੇ ਫੇਰ ਦਿੱਤੇ। ਕਈ ਸਾਲਾਂ ਤੋਂ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਇਸ਼ਨਾਨ ਨੂੰ ਤਰਸਦੇ ਸਿੰਘ ਹੁਮ-ਹੁਮਾ ਕੇ ਵਹੀਰਾਂ ਘੱਤ ਤੁਰੇ। ਇਸ ਹੋਣ ਵਾਲੇ ਬੇਸ਼ੁਮਾਰ ਇਕੱਠ ਦੀਆਂ ਖਬਰਾਂ ਲਾਹੌਰ ਵੀ ਅੱਪੜ ਗਈਆਂ। ਕਾਜ਼ੀ
ਅਬਦੁਲ ਰਜ਼ਾਕ ਨੇ ਸੁਰੱਖਿਆ ਪ੍ਰਬੰਧ ਲਈ ਕੁਝ ਫੌਜ ਅਗਾਊਂ ਹੀ ਮੰਗ ਘੱਲੀ। ਜ਼ਕਰੀਆ ਖਾਨ ਦੀ ਨੀਅਤ ਅੰਦਰੋਂ ਸ਼ਾਇਦ ਪਹਿਲਾਂ ਹੀ ਮੰਦੀ ਸੀ। ਇਸ ਮੌਕੇ ਨੂੰ ਤਾੜ ਕੇ ਕਿ ਮੇਲੇ ਉੱਤੇ ਬੜੇ ਨਾਮੀ ਸਿੰਘ ਸਰਦਾਰ ਇਕੱਠੇ ਹੋਣਗੇ ਜਿਨ੍ਹਾਂ ਨੂੰ ਇੱਥੇ ਘੇਰ ਕੇ ਮਾਰ ਮੁਕਾਉਣਾ ਸੌਖਾ ਹੋਵੇਗਾ, ਸੋ ਮੇਲੇ ਦੇ ਬੰਦੋਬਸਤ ਦੇ ਬਹਾਨੇ ਕਾਫੀ ਫੌਜ ਸ਼੍ਰੀ ਅੰਮ੍ਰਿਤਸਰ ਵਿਖੇ ਭੇਜ ਦਿੱਤੀ। ਦੂਜੇ ਪਾਸੇ ਬੇਵਜ੍ਹਾ ਫੌਜ ਦੇ ਇਕੱਠੇ ਹੋਣ ਦਾ ਸਿੰਘਾਂ ਨੂੰ ਸ਼ੱਕ ਪੈ ਗਿਆ। ਸਿੰਘ ਸਾਹਿਬ ਭਾਈ ਮਨੀ ਸਿੰਘ ਨੇ ਆਪਣੇ ਆਦਮੀ ਭੇਜ ਕੇ ਸ਼੍ਰੀ ਅੰਮ੍ਰਿਤਸਰ ਨੂੰ ਆ ਰਹੇ ਸਿੰਘਾਂ ਨੂੰ ਰਾਹਾਂ ਵਿੱਚ ਰੋਕ ਕੇ ਵਾਪਸ ਮੋੜ ਦਿੱਤਾ ਤੇ ਮੇਲਾ ਨਾ ਭਰ ਸਕਿਆ। ਸਿਰਫ 150 ਉਦਾਸੀ ਸਾਧੂ ਨਿਰਮਲੇ ਤੇ ਫਕੀਰ ਹੀ ਇਕੱਠੇ ਹੋਏ। ਕੋਈ ਆਮਦਨੀ ਨਾ ਹੋਣ ਕਰਕੇ ਟੈਕਸ ਨਾ ਤਰ ਸਕਿਆ। ਖਾਨ ਬਹਾਦਰ ਨੇ ਆਪਣੇ ਮਨ ਦੀ ਮੰਦ ਭਾਵਨਾ ਜਿਸ ਕਰਕੇ ਮੇਲਾ ਨਾ ਲੱਗ ਸਕਿਆ ਨੂੰ ਤਾਂ ਨਾ ਵਿਚਾਰਿਆ, ਪਰ ਠੇਕੇ ਦੀ ਰਕਮ ਲਈ ਬੜੀ ਤਅੱਦੀ ਦਿੱਤੀ। ਭਾਈ ਸਾਹਿਬ ਨੇ ਉੱਤਰ ਭੇਜਿਆ ਕਿ ਜਦ ਤੁਸਾਂ ਫੌਜ ਭਿਜਵਾ ਕੇ ਮੇਲਾ ਹੀ ਨਹੀਂ ਲੱਗਣ ਦਿੱਤਾ, ਆਮਦਨ ਹੋਈ ਕੋਈ ਨਹੀਂ, ਟੈਕਸ ਕਿੱਥੋਂ ਦਿੱਤਾ ਜਾਵੇ। ਸੂਬੇਦਾਰ ਜੋ ਅੱਗੇ ਹੀ ਇੱਕ ਹੁਣ ਸਿਖਾਈ ਬੈਠਾ ਸੀ, ਇਸ ਤੇ ਲੋਹਾ ਲਾਖਾ ਹੋ ਗਿਆ। ਕਾਜ਼ੀ ਅਬਦੁਲ ਰਜ਼ਾਕ ਨੂੰ ਹੁਕਮ ਦੇ ਕੇ ਭਾਈ ਸਾਹਿਬ ਨੂੰ ਫੜ ਲਾਹੌਰ ਮੰਗਵਾਇਆ। ਟੈਕਸ ਦੀ ਰਕਮ ਪੁੱਛਣ ਤੇ ਜਦ ਪਹਿਲਾ ਵਾਲਾ ਜਵਾਬ ਮਿਲਿਆ ਤਾਂ ਉਹਨਾਂ ਤੇ ਵਾਅਦਾ ਖਿਲਾਫੀ ਦਾ ਦੋਸ਼ ਲਾ ਕੇ ਮੁਫਤੀ ਤੋਂ ਫਤਵਾ ਮੰਗਿਆ, ਜਿਸ ਨੇ ਜੋੜ ਕੱਟ ਕੇ ਕਤਲ ਕਰਨ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਇਸਲਾਮ ਕਬੂਲ ਕਰ ਲੈਣ ਨਾਲ ਜਾਨ ਬਚ ਸਕਦੀ ਹੈ ਤੇ ਆਦਰ ਸਤਿਕਾਰ ਵਾਲਾ ਜੀਵਨ ਜਿਉ ਸਕਦੇ ਹੋ। ਭਾਈ ਸਾਹਿਬ ਨੇ ਇਸਲਾਮ ਕਬੂਲ ਕਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ, ਜੋ ਜੀ ਵਿੱਚ ਆਵੇ ਕਰ ਲਵੋ, ਧਰਮ ਹਾਰ ਕੇ ਲਈ ਜ਼ਿੰਦਗੀ ਤ੍ਰਿਗ ਹੈ। ਤੀਜਾ ਹੁਕਮ ਮਿਲਣ ਤੱਕ ਭਾਈ ਸਾਹਿਬ ਜੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਲਾਹੌਰ ਦਿਆਂ ਸਿੱਖਾਂ ਨੇ ਟੈਕਸ ਵਾਲੀ ਰਕਮ ਤਾਰ ਕੇ ਉਹਨਾਂ ਨੂੰ ਛੁਡਾਉਣਾ ਚਾਹਿਆ, ਪਰ ਉਹਨਾਂ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਜ਼ੁਲਮ ਤੇ ਬੇਇਨਸਾਫੀ ਦੀ ਅੱਗ ਨੂੰ ਕੁਰਬਾਨੀ ਨਾਲ ਹੀ ਠੰਡਾ ਕੀਤਾ ਜਾ ਸਕਦਾ ਹੈ। ਇਹ ਸਿਰ ਇਹਨਾਂ ਦੇ ਲੇਖੇ ਹੀ ਲਾਉਣਾ ਹੈ। 24 ਜੂਨ 1734 ਈਸਵੀ ਨੂੰ ਨਖਾਸ ਬਾਜ਼ਾਰ ਵਿੱਚ ਇਹਨਾਂ ਨੂੰ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਸਾਥੀਆਂ ਨੂੰ ਚਰਖੜੀਆਂ ਤੇ ਚਾੜ ਕੇ ਉਹਨਾਂ ਦੇ ਹੱਡ ਪਸਲੀਆਂ ਤੁੜਵਾ ਕੇ ਮਰਵਾ ਦਿੱਤਾ। ਇਸ ਤੋਂ ਵੱਡਾ ਕਹਿਰ ਜ਼ਕਰੀਆ ਖਾਨ ਨੇ ਇਹ ਢਾਇਆ ਕਿ ਕਾਜ਼ੀ ਅਬਦੁਲ ਰਜ਼ਾਕ ਨੂੰ ਹੁਕਮ ਦੇ ਕੇ ਸ਼੍ਰੀ ਦਰਬਾਰ ਸਾਹਿਬ ਦਾ ਸਰੋਵਰ ਲਿੱਦ ਮਿੱਟੀ ਮਲਬਾ ਤੇ ਡੰਗਰਾਂ ਦੇ ਹੱਡ ਚੰਮ ਵਿੱਚ ਸੁਟਵਾ ਕੇ ਪੂਰਨਾ ਸ਼ੁਰੂ ਕਰਾ ਦਿੱਤਾ। ਖਾਨ ਬਹਾਦਰ ਦੀ ਇਸ ਸਿਰੇ ਦੀ ਵਧੀਕੀ ਤੇ ਸ਼ਾਂਤੀ ਦੇ ਪੁੰਜ ਸੰਤ ਸਰੂਪ ਤੇ ਸਰਬ ਸਾਂਝੇ ਭਾਈ ਮਨੀ ਸਿੰਘ ਦੀ ਅਤੀ ਬੇਦਰਦੀ ਨਾਲ ਕੀਤੀ ਇਸ ਸ਼ਹੀਦੀ ਨੇ ਖਾਲਸੇ ਨੂੰ ਰੋਹ ਚਾੜ ਦਿੱਤਾ। ਜਿਸ ਨੇ ਵੀ ਇਹ ਖਬਰਾਂ ਸੁਣੀਆਂ, ਬਦਲੇ ਦੀ ਅੱਗ ਨਾਲ ਉਸ ਦਾ ਖੂਨ ਉਬਲਣ ਲੱਗ ਪਿਆ। ਜਾਬਰਾਂ ਦੀ ਸੁਧਾਈ। ਭਲਾ ਖਾਲਸਾ ਐਡੇ ਵੱਡੇ ਜ਼ੁਲਮ ਸੁਣ ਕੇ ਕਿਵੇਂ ਚੁੱਪ ਰਹਿ ਸਕਦਾ ਸੀ। ਜਿਵੇਂ ਮੇਲੇ ਦੇ ਸੱਦੇ ਤੇ ਤਿਆਰ ਹੋ ਕੇ ਵਹੀਰਾਂ ਘੱਤ ਤੁਰੇ ਸਨ, ਉਂਝ ਹੀ ਫੱਟ ਖਾਦੇ ਸ਼ੇਰ ਵਾਂਗ ਬੁਕਦੇ ਹੋਏ ਸ਼੍ਰੀ ਅੰਮ੍ਰਿਤਸਰ ਦੁਆਲੇ ਆਣ ਲੱਥੇ। ਪਹਿਲੇ ਹੱਲੇ ਹੀ ਕਾਜ਼ੀ ਅਬਦੁਲ ਰਜ਼ਾਕ ਦਾ ਕਜ਼ੀਆ ਮੁਕਾਇਆ, ਜਿਸ ਨੇ ਭਾਈ ਸਾਹਿਬ ਨੂੰ ਪਕੜ ਕੇ ਲਾਹੌਰ ਪਹੁੰਚਾਇਆ ਸੀ। ਉਸ ਦਾ ਸਿਰ ਭਾਈ ਮਨੀ ਸਿੰਘ ਦੇ ਭਤੀਜੇ ਅਗੜ ਸਿੰਘ ਨੇ ਵੱਢਿਆ। ਕਾਜ਼ੀ ਦੇ ਪਿੰਡ ਅਲੀਗੜ੍ਹ ਅੱਪੜ ਕੇ ਉਸ ਦਾ ਸਾਰਾ ਕੁਟੰਬ ਤਹਿ ਤੇਗ ਕਰ ਦਿੱਤਾ। ਪਿੰਡ ਦਾ ਨਾਮ ਅਲੀਗੜ੍ਹ ਤੋਂ ਬਦਲ ਕੇ ਅਕਾਲਗੜ੍ਹ ਰੱਖਿਆ। ਜਿਸ ਮੁਫਤੀ ਨੇ ਭਾਈ ਸਾਹਿਬ ਦੇ ਵਿਰੁੱਧ ਫਤਵਾ ਦਿੱਤਾ ਸੀ, ਉਸ ਨੂੰ ਉਸ ਦੇ ਪਿੰਡ ਮੁਜੰਗੀ ਲਾਹੌਰ ਦੇ ਨਾਲ ਹੀ ਦੱਖਣ ਲਹਿੰਦੇ ਵਿੱਚ ਹੁਣ ਇਹ ਲਾਹੌਰ ਦਾ ਹਿੱਸਾ ਬਣ ਗਿਆ ਹੈ ਜਾਂ ਕਾਬੂ ਕੀਤਾ। ਪਹਿਲਾਂ ਉਸਦੇ ਸਾਹਮਣੇ ਉਸਦਾ ਸਾਰਾ ਟੱਬਰ ਕੋ ਕੇ ਮਾਰਿਆ ਤੇ ਫਿਰ ਉਸਨੂੰ ਵੀ ਉਂਝ ਹੀ ਭੋਰਾ ਕੀਤਾ। ਗੁਰਦੁਆਰਾ ਸਾਹਿਬ ਛੱਡ ਕੇ ਸਾਰਾ ਪਿੰਡ ਸਾੜ ਫੂਕ ਦਿੱਤਾ। ਇਸ ਤੋਂ ਪਿੱਛੋਂ ਜਿੱਧਰ ਸਿੰਘਾਂ ਦੇ ਦਾਉ ਭਰੇ ਤੇ ਜੋ ਜ਼ਾਲਮ ਸਰਕਾਰੀ ਅਫਸਰ ਸਿੰਘਾਂ ਦੇ ਅੜਿੱਕੇ ਆਇਆ, ਸੋਧ ਦਿੱਤਾ ਗਿਆ। ਮੁਖਬਰਾਂ ਚੁਗਲਾਂ ਚੌਧਰੀਆਂ ਦੀ ਵੀ ਚੰਗੀ ਖਬਰਸਾਰ ਲਈ ਸਾਰੇ ਦੇਸ਼ ਵਿੱਚ ਅਫਰਾ ਤਫਰੀ ਮਚ ਗਈ। ਇਹ ਦੇਖ ਕੇ ਖਾਨ ਬਹਾਦਰ ਨੇ ਗਸ਼ਤੀ ਫੌਜਾਂ ਨਾਲ ਦੂਸਰੀ ਹੋਰ ਫੌਜ ਮਿਲਾ ਕੇ ਸਿੰਘਾਂ ਦੇ ਮਗਰ ਪਾ ਦਿੱਤੀ। ਚੌਧਰੀਆਂ, ਨੰਬਰਦਾਰਾਂ ਤੇ ਮੁਖਬਰਾਂ ਆਦਿ ਸਰਕਾਰਾਂ ਦੇ ਖੈਰ ਖਾਹਾਂ ਨੂੰ ਸਖਤ ਪਕਿਆਈ ਕੀਤੀ ਗਈ ਕਿ ਸਿੰਘਾਂ ਨੂੰ ਮਾਰੋ ਜਾਂ ਸੂਹ ਦੇ ਕੇ ਫੜਵਾਓ ਤੇ ਸਰਕਾਰੋਂ ਇਨਾਮ ਪਾਓ। ਪਰ ਸਿੰਘ ਹੁਣ ਕਾਫੀ ਹੁਸ਼ਿਆਰ ਹੋ ਚੁੱਕੇ ਸਨ। ਖਿੰਡ ਪੁੰਡ ਕੇ ਜੰਗਲਾਂ ਬੇਲਿਆਂ ਛੰਬਾਂ ਤੇ ਪਹਾੜਾਂ ਵਿੱਚ ਜਾ ਛੁਪੇ। ਕਈਆਂ ਨੇ ਦਰਿਆਵਾਂ ਦੀਆਂ ਝਲਾਂ ਜਾ ਮੱਲੀਆਂ, ਬਹੁਤੇ ਸਤਲੁਜ ਟੱਪ ਕੇ ਮਾਲਵੇ ਵੱਲ ਸਰਕ ਗਏ।
ਮਾਲਵੇ ਵਿੱਚ ਸਰਦਾਰ ਆਲਾ ਸਿੰਘ ਫੂਲਕੇ ਦੇ ਪੁੱਤਰ ਦੀ ਸਹਾਇਤਾ। ਸਰਦਾਰ ਆਲਾ ਸਿੰਘ ਦੇ ਪੁੱਤਰ ਲਾਲ ਸਿੰਘ ਨੇ ਬਾਪ ਪਾਸੋਂ ਕੁਝ ਜਾਗੀਰ ਮੰਗੀ। ਬਾਪ ਨੇ ਕਿਹਾ ਕਿ ਜਦ ਬਾਹੀਂ ਜ਼ੋਰ ਹੋਵੇ ਤਾਂ ਮੰਗਣਾ ਸ਼ੋਭਦਾ ਨਹੀਂ। ਮੈਂ ਵਾਹਿਗੁਰੂ ਦੇ ਬਖਸ਼ੇ ਬਲ ਨਾਲ ਸਭ ਕੁਝ ਬਣਾਇਆ ਹੈ, ਮੈਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪਈ। ਸਿੰਘ ਸਰਦਾਰ ਹੈ, ਹਿੰਮਤ ਕਰਕੇ ਦੁਨੀਆ ਵਿੱਚ ਆਪਣੀ ਥਾਂ ਬਣਾ ਲਾ। ਉਨੀ ਦਿਨੀ ਦਲ ਖਾਲਸਾ ਦਾ ਬੜਾ ਵੱਡਾ ਹਿੱਸਾ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਮਾਲਵੇ ਵਿੱਚ ਫਿਰ ਰਿਹਾ ਸੀ। ਲਾਲ ਸਿੰਘ ਨੇ ਸਨਮੁਖ ਹੋ ਕੇ ਸਹਾਇਤਾ ਲਈ ਜਾਂ ਬੇਨਤੀ ਕੀਤੀ। ਨਵਾਬ ਸਾਹਿਬ ਨੇ ਕਿਹਾ ਕਿ ਕਿਸੇ ਮਾੜੇ ਨੂੰ ਨਹੀਂ ਛੇੜਨਾ, ਕਿਸੇ ਆਕੜ ਖਾਂ ਵੱਲ ਉਂਗਲ ਕਰ। ਲਾਲ ਸਿੰਘ ਨੇ ਚਰਖੀ ਦਾਦਰੀ ਦੇ ਇਲਾਕੇ ਵੱਲ ਇਸ਼ਾਰਾ ਕੀਤਾ, ਜੋ ਨਵਾਬ ਝੱਜਰ ਦੇ ਮਾਤਹਿਤ ਸੀ। ਨਵਾਬ ਕਪੂਰ ਸਿੰਘ ਮਝੈਲਾ ਨੂੰ ਨਾਲ ਲੈ ਕੇ ਚਰਖੀ ਦਾਦਰੀ ਤੇ ਜਾ ਪਿਆ। ਇੱਥੋਂ ਦਾ ਹਾਕਮ ਇਸਮਾਇਲ ਖਾਨ ਫੌਜ ਦੇ ਨਾਲ ਸ਼ਹਿਰ ਤੇ ਆਸ-ਪਾਸ ਦੀਆਂ ਪਿੰਡਾਂ ਦੇ ਲੋਕਾਂ ਨੂੰ ਲੈ ਕੇ ਸਿੰਘਾਂ ਮੂਹਰੇ ਆ ਡਟਿਆ। ਪਹਿਲੀ ਝੜਪ ਵਿੱਚ ਹੀ ਉਸਦਾ ਢਿਮ ਢਾਣਾ ਨੱਸ ਤੁਰਿਆ। ਹਾਰਿਆ ਇਸਮਾਇਲ ਵਧੀਆ 4 ਘੋੜੇ ਤੇ 5000 ਨਕਦ ਲੈ ਕੇ ਨਵਾਬ ਕਪੂਰ ਸਿੰਘ ਦੇ ਪੇਸ਼ ਹੋਇਆ ਤੇ ਜਾਨ ਬਚਾ ਲਈ। ਸ਼ਹਿਰ ਨੂੰ ਲੁੱਟਿਆ ਨਾ ਗਿਆ, ਇਲਾਕਾ ਤੇ ਸ਼ਹਿਰ ਲਾਲ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਗਲੇਰੇ ਇਲਾਕੇ ਉਗਰਾਉਣ ਲਈ ਅੱਗੇ ਵਧੇ। ਰਿਆਸਤ ਦੁਜਾਨ ਦਾ ਨਵਾਬ ਅਬਦੁਸਮਦ ਖਾਨ, ਪਟੌਦੀ ਦਾ ਨਵਾਬ ਫੈਜ਼ ਤਲਬ ਖਾਨ, ਬਹਾਦਰਗੜ੍ਹੀਆਂ ਸ਼ਮਸ਼ੇਰ ਖਾਨ ਤੇ ਝਾਰਸ ਦੇ ਰਾਜਪੂਤ ਸਿੰਘਾਂ ਨੂੰ ਰੋਕਣ ਲਈ ਜਾਨ ਤੋੜ ਕੇ ਲੜੇ, ਪਰ ਅੰਤ ਨੂੰ ਹਾਰ ਖਾਧੀ। ਨਜ਼ਰ ਨਿਆਜ਼ਾਂ ਖਾਲਸੇ ਨੂੰ ਭੇਟ ਕਰਕੇ ਪਿੱਛਾ ਛੁਡਾਇਆ। ਜਦ ਇਹਨਾਂ ਖੱਬੀ ਖਾਨਾਂ ਦੀ ਹਾਰ ਹੋ ਗਈ ਤਾਂ ਕਿਸੇ ਨੇ ਸਿਰ ਨਾ ਚੁੱਕਿਆ। ਫਿਰ ਗੁਹਾਣਾ, ਰੋਹਤਕ, ਜਗੌਦਾ ਤੇ ਕਾਦਮਾ ਆਦਿਕ ਵੱਡੇ ਵੱਡੇ ਧਨੀ ਕਸਬੇ ਜੋ ਫਿਰੋਜ਼ ਸ਼ਾਹੀ ਨਹਿਰ ਦੇ ਕਿਨਾਰੇ ਵਸਦੇ ਸਨ, ਸੋਧ ਦਿੱਤੇ। ਜਾਰਜਗੜ੍ਹ ਦਾ ਜਾਰਜ ਟਾਮਸ, ਜੋ ਸੇਧੀਆਂ ਦੀ ਤਰਫੋਂ ਇਸ ਇਲਾਕੇ ਦਾ ਹਾਕਮ ਸੀ, ਸਿੰਘਾਂ ਦੇ ਵਿਰੋਧ ਵਿੱਚ ਉੱਠਿਆ। ਛੋਟੀਆਂ ਮੋਟੀਆਂ ਲੜਾਈਆਂ ਤਾਂ ਹੁੰਦੀਆਂ ਰਹੀਆਂ, ਕੋਈ ਜੰਮ ਕੇ ਲੜਾਈ ਨਾ ਹੋਈ। ਦੋਵੇਂ ਧਿਰਾਂ ਬਚਾਓ ਦੀ ਨੀਤੀ ਤੇ ਰਹੇ। ਉਸਨੇ ਤਕੜਿਆਂ ਹੋ ਕੇ ਆਪਣਾ ਇਲਾਕਾ ਬਚਾ ਲਿਆ। ਕੋਈ ਧਿਰ ਦੂਜੇ ਤੇ ਭਾਰੂ ਨਾ ਹੋ ਸਕੀ। ਸਿੰਘਾਂ ਨੇ ਜਾਰਜਗੜ੍ਹ ਤੋਂ ਹਟ ਕੇ ਮਰੇਲੀ, ਅਲੀਪੁਰ, ਬਲਬਗੜ੍ਹ, ਕੋਟਲਾ, ਫਿਰੋਜ਼ ਸ਼ਾਹ ਵਾਲਾ, ਫਰੀਦਾਬਾਦ, ਗਾਜ਼ੀਪੁਰ, ਸੋਹਣਾ, ਨੋਹ, ਟਾਵਰਾ, ਗੁੜਗਾਵਾਂ, ਬਾਦਸ਼ਾਹਪੁਰ, ਪਾਲੀ ਪੁਨਾਨਾ, ਪਲੋਲ, ਪਟਗਾਮ ਆਦਿਕ ਸੋਧ ਕੇ ਉਗਰਾ ਲਏ। ਮਥਰਾ, ਖੁਰਜਾ, ਫਰਖਾਬਾਦ ਤੱਕ ਸਿੰਘਾਂ ਦੇ ਜਥੇ ਮਾਰੋ ਮਾਰ ਕਰ ਗਏ। ਇਸ ਸਾਲ ਵਾਪਸ ਮੁੜਦਿਆਂ ਮੂਣਕ ਦਾ ਪਰਗਣਾ ਜਿੱਤ ਕੇ ਲਾਲ ਸਿੰਘ ਨੂੰ ਦੇ ਦਿੱਤਾ। ਇਹ ਰਿਆਸਤ ਪਟਿਆਲਾ ਦਾ ਸਦਾ ਲਈ ਹਿੱਸਾ ਬਣ ਗਿਆ। ਹਿੰਦੁਸਤਾਨ ਭਰ ਵਿੱਚ ਬਦਅਮਨੀ। ਪੰਜਾਬ ਕੀ ਸਾਰੇ ਮੁਲਕ ਭਰ ਵਿੱਚ ਹੀ ਬਦਅਮਨੀ ਫੈਲੀ ਹੋਈ ਸੀ। ਭੀਲ, ਭੰਡਾਰੇ, ਡੱਚ, ਅੰਗਰੇਜ਼, ਫਰਾਂਸੀਸੀ ਤੇ ਸਿੱਖ ਆਪਣੀ ਆਪਣੀ ਮੱਲ ਮਾਰਨ ਵਿੱਚ ਰੁੱਝੇ ਹੋਏ ਸਨ। ਇਹਨਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਅੰਗਰੇਜ਼ ਸਨ। ਮੁਲਕ ਵਿੱਚ ਤਾਂ ਇਹ ਹਾਲਤ ਬਣੀ ਹੋਈ ਸੀ ਤੇ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਡੂਮਾਂ, ਭੰਡਾਂ ਤੇ ਖੁਸਰਿਆਂ ਦੇ ਰੰਗ ਤਮਾਸ਼ਿਆਂ ਦੀ ਮਹਿਫਲਾਂ ਵਿੱਚ ਮਸਤ ਸੀ। ਤਾਹਰ ਅਲੀ ਨਾਲ ਝੜਪ ਤੇ ਗੁਰਦੁਆਰਾ ਥੰਮ ਸਾਹਿਬ ਸਾੜੇ ਜਾਣ ਦਾ ਬਦਲਾ। ਇਸ ਵੇਲੇ ਪੰਜਾਬ ਵਿੱਚ ਰਾਠ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ ਸੀ। ਸਿੰਘਾਂ ਉੱਤੇ ਇਹ ਅਤੀ ਕਸ਼ਟ ਦਾ ਸਮਾਂ ਸੀ। ਵਿਰਲੇ ਟਾਵੇਂ ਜੋ ਸਨ ਉਹ ਝਾੜੀ ਬੂਟੀ ਲੱਗੇ ਹੋਏ ਸਨ। ਨਿੱਕੇ ਮੋਟੇ ਹਾਕਮਾਂ ਦੀ ਵਾਹਵਾ ਚੜ੍ਹ ਮਚੀ ਹੋਈ ਸੀ। ਇਸ ਵੇਲੇ ਤਾਹਰ ਅਲੀ ਖਾਨ ਸਿਆਲਕੋਟ ਦਾ ਹਾਕਮ ਆਪਣੇ ਘਰ ਸਰਹੰਦ ਵਿਆਹ ਜਾ ਰਿਹਾ ਸੀ। ਹੈਬਤ ਖਾਨ ਰੁਹੇਲੇ ਦੀ ਸਰਦਾਰੀ ਹੇਠ 150 ਰੁਹੇਲੇ ਸਵਾਰ ਰਾਖੀ ਵਜੋਂ ਨਾਲ ਜਾ ਰਹੇ ਸਨ। ਨੌਰੰਗਾਬਾਦ ਪਿੰਡ ਲਾਗੇ ਮਾਲਵੇ ਵੱਲੋਂ ਆਏ ਸਿੰਘਾਂ ਦਾ ਇੱਕ ਜਥਾ ਸਰਦਾਰ ਰਾਮ ਸਿੰਘ ਤੇ ਸਰਦਾਰ ਦਇਆ ਸਿੰਘ ਦੀ ਸਰਦਾਰੀ ਵਿੱਚ ਸ੍ਰੀ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਤਾਹਰ ਅਲੀ ਦੇ ਟਾਂਡੇ ਨੂੰ ਟੱਕਰ ਗਿਆ। ਸਿੰਘ ਗਿਣਤੀ ਵਿੱਚ ਜ਼ਿਆਦਾ ਨਹੀਂ ਸਨ। ਇਹ ਵੇਖ ਕੇ ਹੈਬਤ ਖਾਨ ਭੂਏ ਹੋ ਗਿਆ ਤੇ ਹੁਕਮ ਲੈ ਕੇ ਸਿੰਘਾਂ ਨੂੰ ਘੇਰ ਕੇ ਫੜਨਾ ਚਾਹਿਆ। ਅੱਗੋਂ ਸਿੰਘ ਤਲਵਾਰਾਂ ਧੂ ਕੇ ਰੁਹੇਲਿਆਂ ਦੇ ਗਲ ਪੈ ਗਏ ਤੇ ਵਹਿੰਦਿਆਂ ਵਹਿੰਦਿਆਂ ਕਈ ਢੇਰ ਹੋ ਗਏ ਤੇ ਕਈ ਫੱਟ ਖਾ ਕੇ ਤੜਫਣ ਲੱਗ ਪਏ। ਜ਼ਖਮੀਆਂ ਤੋਂ ਬਿਨਾਂ 30 ਰੁਹੇਲੇ ਸਮੇਤ ਹੈਬਤ ਖਾਨ ਦੇ ਥਾਂ ਤੇ ਹੀ ਮਾਰੇ ਗਏ ਤੇ ਬਾਕੀ ਨੱਸ ਕੇ ਪਿੰਡ ਵਿੱਚ ਵੜ ਗਏ। ਸਿੰਘ ਵੀ ਆਪਣੇ ਜ਼ਖਮੀਆਂ ਨੂੰ ਲੈ ਕੇ ਝਾੜੀ ਜਾ ਵੜੇ ਤੇ ਆਮ ਰਾਹ ਛੱਡ ਕੇ ਡਾਂਡੇ ਮੀਂਡੇ ਆਪਣੀ ਮੰਜ਼ਲ ਨੂੰ ਹੋ ਤੁਰੇ। ਇਹੋ ਜਿਹੀਆਂ ਝੜਪਾਂ ਉਨੀ ਦਿਨੀ ਨਿੱਤ ਹੁੰਦੀਆਂ ਰਹਿੰਦੀਆਂ ਸਨ।
ਖਾਨ ਬਹਾਦਰ ਨੇ ਪੰਜਾਬ ਵਿੱਚ ਭਾਵੇਂ ਸਿੰਘਾਂ ਉੱਤੇ ਸਿਰੋਂ ਪਰੇ ਹੋ ਕੇ ਸਖਤੀ ਆਰੰਭੀ ਹੋਈ ਸੀ, ਪਰ ਉਹਨਾਂ ਕਦੀ ਵੀ ਉਸ ਦਾ ਕੋਈ ਡਰ ਖੌਫ ਨਹੀਂ ਸੀ ਕਬੂਲਿਆ। ਜਦ ਵੀ ਉਸਨੇ ਜਾਂ ਉਸਦੇ ਕਿਸੇ ਮਾਤਹਿਤ ਹਾਕਮ ਨੇ ਉਹਨਾਂ ਦੀ ਅਣਖ ਨੂੰ ਵੰਗਾਰਿਆ, ਸਿੰਘਾਂ ਸਦਾ ਕਠਨ ਤੋਂ ਕਠਨ ਸਥਿਤੀ ਵਿੱਚ ਹੁੰਦਿਆਂ ਹੋਇਆਂ ਵੀ ਉਸ ਵੰਗਾਰ ਦਾ ਢੁਕਵਾਂ ਉੱਤਰ ਦਿੱਤਾ। ਇਨੀ ਦਿਨੀ ਜਦ ਕੁਤੁਬਦੀਨ ਜਲੰਧਰੀਏ ਨੇ ਕਰਤਾਰਪੁਰ ਵਿਖੇ ਥੰਮ ਸਾਹਿਬ ਗੁਰਦੁਆਰਾ ਸਾੜ ਦਿੱਤਾ ਤਾਂ ਸਿੰਘਾਂ ਦੀਆਂ ਅੱਖਾਂ ਚੋਂ ਲਹੂ ਚੋਣ ਲੱਗ ਪਿਆ। ਬਾਘ ਸਿੰਘ ਆਹਲੂਵਾਲੀਆ ਸੁਣ ਕੇ ਰਹਿ ਨਾ ਸਕਿਆ। ਇੱਧਰੋਂ ਉੱਧਰੋਂ 2 ਕੂਸੋ ਘੋੜਸਵਾਰ ਸਿੰਘ ਲੈ ਕੇ ਜਲੰਧਰ ਨੂੰ ਚੜ ਪਿਆ। ਸਬੱਬ ਨਾਲ ਐਸਾ ਢੋ ਢੁਕਾ ਕਿ ਅੱਗੇ ਕੁਤੁਬਦੀਨ ਦਰਿਆ ਬਿਆਸ ਦੀ ਕਾਛੜ ਵਿੱਚ ਸਿੰਘਾਂ ਨੂੰ ਫੜਨ ਲਈ ਦੌਰੇ ਤੇ ਆਇਆ ਹੋਇਆ ਸੀ ਤੇ ਕਾਣੇ ਢਲਵਾਂ ਲਾਗੇ ਸ਼ਿਕਾਰ ਖੇਡ ਰਿਹਾ ਸੀ। ਬਾਘ ਸਿੰਘ ਨੂੰ ਆਉਂਦਾ ਵੇਖ ਕੇ ਨੱਠ ਚੱਲਿਆ, ਪਰ ਬਾਜ ਮੂਹਰੇ ਬਟੇਰੇ ਦੀ ਕੀ ਵਟਤ। ਬਾਘ ਸਿੰਘ ਨੇ ਘੋੜਾ ਛੇੜ ਪਿੱਛੋਂ ਮਿਲ ਕੇ ਉਸ ਦੇ ਘੋੜੇ ਦੀ ਖੁੱਚ ਲਾ ਦਿੱਤੀ। ਡਿੱਗਦੇ ਨੂੰ ਹੀ ਦਬੋਚ ਕੇ ਮੁਸ਼ਕਾਂ ਕੱਸ ਦਿੱਤੀਆਂ। ਨਾਲ ਦੀ ਫੌਜ ਸਧਾਰਨ ਜਿਹੀ ਟੱਕਰ ਪਿੱਛੋਂ ਖਾਨ ਨੂੰ ਬੱਧਾ ਹੀ ਛੱਡ ਕੇ ਜਲੰਧਰ ਵੱਲ ਨੱਠ ਗਈ। ਕੁਤੁਬਦੀਨ ਨੇ ਜੋ ਕੁਕਰਮ ਕੀਤਾ ਸੀ ਉਸ ਨੂੰ ਅਜੇ ਥੋੜੇ ਦਿਨ ਹੀ ਪਏ ਸਨ। ਉਸ ਵੱਲੋਂ ਚਾੜੀ ਹੋਈ ਭਾਜੀ ਭੌਂਦੇ ਪੈਰੀ ਮੋੜ ਦਿੱਤੀ। ਕਰਤਾਰਪੁਰ ਲਿਜਾ ਕੇ ਥੰਮ ਸਾਹਿਬ ਵਾਲੀ ਥਾਂ ਤੇ ਅੱਗ ਵਿੱਚ ਜਿਉਂਦੇ ਨੂੰ ਸਾੜ ਕੇ ਸਾਵਾਂ ਬਦਲਾ ਲੈ ਲਿਆ। ਸਰਦਾਰ ਬਾਘ ਸਿੰਘ ਨੇ ਇੱਥੇ ਹੀ ਸੁਣਿਆ ਕਿ 50 ਕੁ ਵਧੀਆ ਨਸਲ ਦੇ ਘੋੜੇ ਬਾਦਸ਼ਾਹ ਦੇ ਅਸਤਬਲ ਲਈ ਦਿੱਲੀ ਨੂੰ ਲਿਜਾਏ ਜਾ ਰਹੇ ਹਨ ਤੇ ਅੱਜ ਵਜ਼ੀਰ ਦੇ ਪੱਤਨੋਂ ਪਾਰ ਹੋਣਗੇ। ਉਹ ਦਰਿਆ ਟੱਪ ਕੇ ਸੱਜੇ ਕੰਢੇ ਤੇ ਝੱਲ ਵਿੱਚ ਸ਼ਹਿ ਲਾ ਕੇ ਬੈਠ ਗਏ। ਘੋੜੇ ਪਹੁੰਚੇ ਤੇ ਜਦ ਬੇੜੀਆਂ ਵਿੱਚ ਚੜਾਉਣ ਲੱਗੇ, ਸਿੰਘ ਨੇਜੇ ਉਲਾਰਦੇ ਹੋਏ ਇੰਜ ਅਚਨਚੇਤ ਪਏ ਕਿ ਹਫੜਾ ਦਫੜੀ ਮਚਾ ਕੇ ਸਾਰੇ ਘੋੜੇ ਖੋਹ ਕੇ ਝੱਲ ਵਿੱਚ ਅਲੋਪ ਹੋ ਗਏ। ਨਾਦਰ ਸ਼ਾਹ ਦਾ ਹਿੰਦੁਸਤਾਨ ਉੱਤੇ ਹਮਲਾ। ਨਾਦਰ ਸ਼ਾਹ, ਜਿਸ ਦਾ ਜੰਮਪਲ ਇੱਕ ਆਜੜੀ ਦੇ ਘਰ ਦਾ ਸੀ, ਨੇ ਛੋਟੀ ਉਮਰੇ ਹੀ ਹਿੰਦੁਸਤਾਨ ਵਿੱਚ ਅਥਾਹ ਧਨ ਪਦਾਰਥ ਦੇ ਕਿੱਸੇ ਸੁਣ ਰੱਖੇ ਸਨ। ਜਦ ਉਸਦੀ ਕਿਸਮਤ ਨੇ ਪਲਟਾ ਖਾਧਾ ਤੇ ਇਹ ਕੈਸਪੀਨ ਸਾਗਰ ਦੇ ਕੰਢੇ ਦਾ ਗਰੀਬ ਆਜੜੀ ਆਪਣੇ ਬਲ ਤੇ ਉਦਮ ਨਾਲ ਈਰਾਨ ਦੇ ਤਖਤ ਦਾ ਮਾਲਕ ਬਣ ਗਿਆ ਤਾਂ ਹਿੰਦੁਸਤਾਨ ਦਾ ਮਾਲ ਧਨ ਹਥਿਆਉਣ ਲਈ ਦਿਲ ਮਚਲ ਉੱਠਿਆ। ਕਿਉਂ? ਈਰਾਨ ਦੀਆਂ ਮੁਹਿੰਮਾਂ ਸਰ ਕਰਨ ਵਿੱਚ ਸਾਰਾ ਖਜ਼ਾਨਾ ਖਾਲੀ ਹੋ ਗਿਆ ਸੀ ਤੇ ਇਸ ਨੂੰ ਭਰਨ ਲਈ ਦੌਲਤ ਦੀ ਫੌਰੀ ਲੋੜ ਸੀ। ਇਸ ਲਈ ਉਸ ਨੂੰ ਸਬੱਬ ਨਾਲ ਬਹਾਨਾ ਵੀ ਚੰਗਾ ਮਿਲ ਗਿਆ ਸੀ। ਉਸ ਦੇ ਅਫਗਾਨ ਬਾਗੀ ਭੱਜ ਕੇ ਹਿੰਦੁਸਤਾਨ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਪਾਸ ਪਨਾਹ ਲਈ ਬੈਠੇ ਸਨ। ਉਸ ਪਾਸ ਜੋ ਸਫਾਰਤਾਂ ਇਹਨਾਂ ਨੂੰ ਵਾਪਸ ਕਰ ਦੇਣ ਲਈ ਭੇਜੀਆਂ ਸਨ, ਉਹਨਾਂ ਦਾ ਕੋਈ ਢੁਕਵਾਂ ਹੁੰਗਾਰਾ ਨਹੀਂ ਸੀ ਭਰਿਆ ਉਸਨੇ। ਜਨਵਰੀ 1739 ਈਸਵੀ ਨੂੰ ਹਿੰਦੁਸਤਾਨ ਉੱਪਰ ਹੱਲੇ ਦੀ ਨੀਅਤ ਨਾਲ ਬੜਾ ਤਕੜਾ ਈਰਾਨੀ ਲਸ਼ਕਰ ਲੈ ਕੇ ਲਾਹੌਰ ਆਣ ਪੁੱਜਾ। ਜ਼ਕਰੀਆ ਖਾਨ ਉਸ ਦਾ ਟਾਕਰਾ ਨਾ ਕਰ ਸਕਿਆ ਤੇ 21 ਲੱਖ ਨਕਦ ਦੇ ਕੇ ਉਸ ਦੀ ਈਨ ਮੰਨ ਲਈ। ਨਾਦਰ ਸ਼ਾਹ ਛੇਤੀ ਹੀ ਦਿੱਲੀ ਨੂੰ ਕੂਚ ਕਰ ਗਿਆ। ਪਾਨੀਪਤ ਦੇ ਮੈਦਾਨ ਵਿੱਚ ਮੁਹੰਮਦ ਸ਼ਾਹ ਦੇ ਲਾਮ ਲਸ਼ਕਰ ਨੇ ਬੁਰੀ ਤਰ੍ਹਾਂ ਹਾਰ ਖਾਧੀ। ਨਾਦਰ ਸ਼ਾਹੀ ਜੇਤੂ ਦੀ ਹੈਸੀਅਤ ਵਿੱਚ ਦਿੱਲੀ ਅੰਦਰ ਦਾਖਲ ਹੋਇਆ। ਮੁਗਲ ਹਕੂਮਤ ਦੀ ਤਾਕਤ ਟੁੱਟ ਗਈ। ਕੁਝ ਦਿਨਾਂ ਪਿੱਛੋਂ ਦਿੱਲੀ ਵਿੱਚ ਹੋਈ ਕਤਲਾਮ ਤੇ ਫਿਰ ਉਸ ਦੇ ਬੁਰੀ ਤਰ੍ਹਾਂ ਲੁੱਟ ਪੁੱਟ ਕੇ ਤਬਾਹ ਕਰ ਦੇਣ ਨਾਲ ਜੋ ਰਾਮ ਰੌਲਾ ਪਿਆ, ਸਿੰਘ ਵੀ ਇਸ ਨੂੰ ਵੇਖ ਰਹੇ ਸਨ। ਇਸ ਬਣ ਚੁੱਕੀ ਹਾਲਤ ਨੂੰ ਤਾੜ ਕੇ ਇਸ ਤੋਂ ਲਾਭ ਉਠਾਉਣ ਲਈ ਆਪਣੀਆਂ ਪਨਾਹਗਾਹਾਂ ਚੋਂ ਬਾਹਰ ਨਿਕਲਣ ਦੀ ਸੋਚੀ। ਇੰਨੇ ਚਿਰ ਨੂੰ ਨਾਦਰ ਸ਼ਾਹ ਵੀ ਸ਼ਾਹੀ ਖਜ਼ਾਨਿਆਂ ਸਮੇਤ ਤਖਤੇ ਤਾਊਸ ਰਾਜਧਾਨੀ ਤੇ ਉਸਦੇ ਦੁਆਲੇ ਦੀ ਲੁੱਟ ਨਾਲ ਲੱਦਿਆ ਪੱਥਿਆ ਹੋਇਆ ਤੇ ਹਜ਼ਾਰਾਂ ਖੂਬਸੂਰਤ ਤੇ ਜਵਾਨ ਕੁੜੀਆਂ ਮੁੰਡੇ ਬੰਦੀ ਬਣਾ ਕੇ ਦਿੱਲੀ ਤੋਂ ਵਾਪਸ ਈਰਾਨ ਨੂੰ ਤੁਰਿਆ। ਗਰਮੀ ਦੀ ਰੁੱਤ ਆ ਗਈ ਸੀ ਤੇ ਉਸ ਤੋਂ ਬਚਣ ਲਈ ਜਲਦੀ ਜਲਦੀ ਇਸ ਮੁਲਕ ਦੀ ਹੱਦੋਂ ਪਾਰ ਹੋਣਾ ਚਾਹੁੰਦਾ ਸੀ। ਕਾਫੀ ਲੱਦਿਆ ਪੱਥਿਆ ਹੋਣ ਕਰਕੇ ਕੂਚ ਵੇਲੇ ਚਾਲ ਬੜੀ ਧੀਮੀ ਸੀ। ਅੱਧ ਮਈ ਤੱਕ ਉਹ ਸਰਹੰਦ ਪੁੱਜਾ। ਜੇਠ ਦੀਆਂ ਕੜਾਕੇਦਾਰ ਧੁੱਪਾਂ ਤੇ ਲੂ ਤੋਂ ਬਚਣ ਲਈ ਸਰਹੰਦੋਂ ਸੱਜੇ ਹੱਥ ਨੂੰ ਮੁੜ ਕੇ ਪਹਾੜ ਦੀ ਕੰਢੀ ਦੇ ਨਾਲ ਨਾਲ ਸਿਆਲਕੋਟ ਨੂੰ ਹੋ ਤੁਰਿਆ। ਨਾਦਰ ਸ਼ਾਹ ਦੀ ਲੁੱਟ ਸਿੰਘਾਂ ਲੁੱਟ ਲਈ। ਇਸ ਰਾਹੇ ਧੁੱਪ ਤੇ ਲੂ ਤੋਂ ਨਾਦਰ ਸ਼ਾਹ ਬਚ ਗਿਆ, ਪਰ ਇਹ ਉਸ ਲਈ ਬੜਾ ਹਾਨੀਕਾਰਕ ਸਿੱਧ ਹੋਇਆ। ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿੱਚ ਦਿਨ ਘਟੀ ਲਈ ਟਿਕੇ ਹੋਏ ਸਿੰਘਾਂ ਦੇ ਕਈ ਜਥੇ ਚਿਰਾਕੇ ਰਸਦ ਪੱਠੇ ਤੋਂ ਟੁੱਟੇ ਹੋਏ ਸਨ। ਪਹਾੜੀ ਇਲਾਕਾ ਕਾਰਵਾਈ ਲਈ ਸਿੰਘਾਂ ਦੇ ਬੜਾ ਅਨੁਕੂਲ ਸੀ। ਉਹ ਅਚਨਚੇਤ ਉਸ ਦੇ ਵਹੀਰ ਤੇ ਟੁੱਟ ਪੈਂਦੇ, ਹਫੜਾ ਦਫੜੀ ਮਚ ਜਾਂਦੀ।
ਜੋ ਅੜਦਾ ਉਸ ਨੂੰ ਝਾੜ ਕੇ ਮਾਲ ਅਸਬਾਬ ਰਸਦ ਪੱਠਾ ਲੁੱਟ ਕੇ ਤੇ ਬੰਦੀ ਬਣਾਏ ਮੁੰਡੇ ਕੁੜੀਆਂ ਦੇ ਜੂੜ ਵੱਢ ਕੇ ਉਹਨਾਂ ਨੂੰ ਨਾਲ ਲੈ ਕੇ ਨਾਦਰ ਸ਼ਾਹ ਦੀ ਮਾਰ ਤੋਂ ਦੂਰ ਹੋ ਜਾਂਦੇ। ਦਰਿਆ ਟੱਪਦੇ ਨੂੰ ਕਈ ਦਿਨ ਲੱਗੇ ਤੇ ਸਿੰਘ ਉਸ ਦੀ ਲੁੱਟ ਨੂੰ ਦਿਨੇ ਰਾਤੀ ਲੁੱਟਦੇ ਰਹੇ। ਨਾਦਰ ਸ਼ਾਹ ਦੇ ਪਾਰ ਹੁੰਦਿਆਂ ਸਾਰ ਸਿੰਘ ਵੀ ਟੱਪ ਕੇ ਮਗਰੇ ਲੱਗ ਗਏ। ਬਿਆਸ ਤੱਕ ਸੱਜੇ ਖੱਬੇ ਪਿੱਛੋਂ ਗੱਲ ਕੀ ਜਿੱਧਰੋਂ ਦਾ ਲੱਗਾ ਸਿੰਘ ਛਾਪੇ ਮਾਰ ਮਾਰ ਕੇ ਲੁੱਟਦੇ ਤੇ ਢਕਾਂ ਛੁਡਾਉਂਦੇ ਰਹੇ। ਨਿੱਕੇ ਜਿਹੇ ਖਦਸ਼ੇ ਤੇ ਹੀ ਲਸ਼ਕਰ ਵਿੱਚ ਅਲਾਰਮ ਵੱਜਣ ਲੱਗ ਪੈਂਦੇ ਤੇ ਸਿੱਖ ਆ ਗਏ, ਸਿੱਖ ਆ ਗਏ, ਵੇਲਾ ਹੋ ਗਿਆ ਜੇ, ਖਬਰਦਾਰ ਖਬਰਦਾਰ। ਬਿਆਸ ਤੋਂ ਅੱਗੇ ਸਿੰਘਾਂ ਦੇ ਹੋਰ ਜਥੇ ਮਗਰ ਲੱਗ ਗਏ ਤੇ ਇਸ ਤਰ੍ਹਾਂ ਜੇਲਮ ਪਾਰ ਤੱਕ ਮਗਰ ਲੱਗੇ ਗਏ ਤੇ ਨਾਦਰ ਸ਼ਾਹ ਦਾ ਬਹੁਤ ਸਾਰਾ ਭਾਰ ਹੌਲਾ ਕਰ ਦਿੱਤਾ ਤੇ ਢਕਾਂ ਛੁਡਾ ਲਈਆਂ। ਜੋ ਥੋੜੇ ਜਿਹੇ ਬੰਦੀ ਰਹਿ ਗਏ ਉਹ ਉਸਨੇ ਮਾਯੂਸ ਹੋ ਕੇ ਜੇਲਮ ਪਾਸ ਆਪ ਹੀ ਛੱਡ ਦਿੱਤੇ। ਦਿੱਲੀ ਦੀ ਲੁੱਟ ਦਾ ਬਹੁਤ ਸਾਰਾ ਮਾਲ ਈਰਾਨ ਦੀ ਥਾਂ ਪੰਜਾਬ ਵਿੱਚ ਹੀ ਰੱਖ ਲਿਆ। ਸਿੰਘਾਂ ਬਾਰੇ ਨਾਦਰ ਸ਼ਾਹ ਦੀ ਪੇਸ਼ੀਨਗੋਈ। ਈਰਾਨ ਦੇ ਤਖਤ ਤੇ ਕਬਜ਼ਾ ਕਰਕੇ ਸਾਰੇ ਈਰਾਨ, ਤੁਰਕਿਸਤਾਨ ਤੇ ਅਫਗਾਨਿਸਤਾਨ ਨੂੰ ਆਪਣੀ ਅੱਡੀ ਥੱਲੇ ਨੱਪ ਲੈਣ ਵਾਲਾ, ਅਫਗਾਨਾਂ ਨੂੰ ਲੁੱਟ ਪੁੱਟ ਕੇ ਮਾਰ ਮਾਰ ਕੇ ਸੱਧਿਆਂ ਕਰ ਦੇਣ ਵਾਲਾ, ਮੁਗਲਾਂ ਦੀ ਹਿੰਦੁਸਤਾਨ ਵਿੱਚ 200 ਸਾਲ ਤੋਂ ਵੱਧ ਸਮੇਂ ਤੱਕ ਪੁਸ਼ਤ ਦਰ ਪੁਸ਼ਤ ਪੱਕੇ ਪੈਰੀ ਜੰਮੀ ਹੋਈ ਹਕੂਮਤ ਨੂੰ ਭੰਨ ਤੋੜ ਦੇਣ ਵਾਲਾ, ਤਲਵਾਰ ਦੇ ਜ਼ੋਰ ਨਾਲ ਆਪਣੇ ਪੁੱਤ ਨਾਸਰ ਸ਼ਾਹ ਨਾਲ ਮੁਗਲ ਸਮਰਾਟ ਦੀ ਲੜਕੀ ਵਿਆਹ ਲਿਜਾਣ ਵਾਲਾ, ਮੁਗਲ ਰਾਜ ਦੀ ਰਾਜਧਾਨੀ ਵਿੱਚ ਕਤਲਾਮ ਮਚਾ ਕੇ ਪੂਰੀ ਤਰ੍ਹਾਂ ਲੁੱਟ ਪੁੱਟ ਸਾੜ ਫੂਕ ਕੇ ਬਰਬਾਦ ਕਰ ਦੇਣ ਵਾਲਾ, ਕਦੇ ਕੋਈ ਗੱਲ ਕਿਸਮਤ ਤੇ ਨਾ ਛੱਡਣ ਵਾਲਾ ਤੇ ਜਿਸ ਦੇ ਨਾਉ ਤੋਂ ਏਸ਼ੀਆ ਤੇ ਯੂਰਪ ਨੂੰ ਕਾਂਬਾ ਛਿੜ ਜਾਂਦਾ ਸੀ, ਉਹ ਨਾਦਰ ਸ਼ਾਹ ਡਾਢਾ ਸੂਰਮਾ ਜੰਗਲਾਂ ਵਿੱਚ ਫਾਕੇ ਕੱਟ ਕੇ ਗੁਜ਼ਾਰਾ ਕਰਦੇ ਤੇ ਸਦਾ ਮੌਤ ਦੇ ਪਰਛਾਵੇਂ ਥੱਲੇ ਰਹਿੰਦੇ ਸਿੰਘਾਂ ਹੱਥੋਂ ਆਤਰ ਹੋ ਕੇ ਇਸ ਤਰ੍ਹਾਂ ਬਲਬਲਾ ਉੱਠਿਆ ਕਿ ਜਦ ਵਾਪਸ ਮੁੜਦਾ ਸਿਆਲਕੋਟ ਪਾਸ ਮਈ ਦੇ ਅਖੀਰ ਵਿੱਚ ਜ਼ਕਰੀਆ ਖਾਨ ਨੂੰ ਮਿਲਿਆ ਤਾਂ ਉਸਨੂੰ ਪਹਿਲਾ ਸਵਾਲ ਇਹ ਕੀਤਾ ਕਿ ਜਿਨ੍ਹਾਂ ਸਿੱਖ ਕਜ਼ਾਕਾਂ ਨੇ ਮੇਰਾ ਰੱਤੀ ਵੀ ਡਰ ਨਹੀਂ ਮੰਨਿਆ ਤੇ ਮੇਰੀ ਦਿੱਲੀ ਦੀ ਲੁੱਟ ਨਾਲ ਲੱਦੀ ਹੋਈ ਫੌਜ ਦਾ ਪਿੱਛਾ ਲੁੱਟ ਮਾਰਿਆ ਹੈ ਤੇ ਜਿਨ੍ਹਾਂ ਦੇ ਹੱਲਿਆਂ ਡਰੋਂ ਮੇਰੀ ਫੌਜ ਦੀ ਕੂਚ ਵੇਲੇ ਰਾਹ ਵਿੱਚ ਤਰਤੀਬ ਬਾਰ-ਬਾਰ ਟੁੱਟ ਜਾਂਦੀ ਹੈ ਤੇ ਫੌਜ ਵਿੱਚ ਖਤਰੇ ਦੇ ਨਿਤ ਅਲਾਰਮ ਵੱਜਦੇ ਰਹਿੰਦੇ ਹਨ, ਇਹ ਕੌਣ ਲੋਕ ਹਨ? ਇਹਨਾਂ ਦੀ ਐਡੀ ਜੁਰਅਤ ਕਿ ਬੱਬਰ ਸ਼ੇਰ ਦੀਆਂ ਮੁੱਛਾਂ ਨੂੰ ਹੱਥ ਪਾ ਕੇ ਉਸ ਦੀਆਂ ਜਾੜਾਂ ਚੋਂ ਮਾਸ ਖਿੱਚ ਲੈਣ। ਖਾਨ ਬਹਾਦਰ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਕਿ ਜਹਾਂ ਪਨਾ ਇਹ ਫਕੀਰਾਂ ਦਾ ਅਜਬ ਢੰਗ ਦਾ ਟੋਲਾ ਹੈ ਤੇ ਇਹਨਾਂ ਨੂੰ ਖਾਲਸਾ ਪੰਥ ਕਿਹਾ ਜਾਂਦਾ ਹੈ। ਇਹ 6 ਮਹੀਨਿਆਂ ਪਿੱਛੋਂ ਅੰਮ੍ਰਿਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਆਉਂਦੇ ਹਨ ਤੇ ਕਰਕੇ ਮੁੜ ਜਾਂਦੇ ਹਨ। ਅਸੀਂ ਇਹਨਾਂ ਨੂੰ ਮਾਰ-ਮਾਰ ਹੰਭ ਗਏ ਹਾਂ, ਇਹ ਮੁੱਕਣ ਵਿੱਚ ਨਹੀਂ ਆਉਂਦੇ। ਗੁਲਾਬ ਦੇ ਬੂਟੇ ਵਾਂਗ ਜਿਉਂ-ਜਿਉਂ ਵੱਢਦੇ ਕੱਟਦੇ ਹਾਂ ਤਿਉਂ-ਤਿਉਂ ਵਧੇਰੇ ਫੈਲਦੇ ਹਨ। ਪਲੇ ਪਲਾਏ ਹੀ ਆ ਕੇ ਆਬੇ ਹਯਾਤ ਪੀ ਕੇ ਇਸ ਮਜ਼ਹਬ ਵਿੱਚ ਰਲਦੇ ਜਾਂਦੇ ਹਨ। ਇਹ ਤੇ ਇਹਨਾਂ ਦੇ ਘੋੜੇ ਪਤਾ ਨਹੀਂ ਲੋਹੇ ਦੇ ਬਣੇ ਹਨ, 100-100 ਮੀਲ ਦੀ ਮੰਜ਼ਲ ਮਾਰ ਕੇ ਜਾ ਧਾਵੇ ਕਰਦੇ ਹਨ। ਜੰਗਲਾਂ ਵਿੱਚੋਂ ਸਾਗ ਪਾਤ ਫਲ ਫੁੱਲ ਤੇ ਕੰਦ ਮੂਲ ਆਦਿ ਖਾ ਕੇ ਗੁਜ਼ਾਰਾ ਕਰ ਲੈਂਦੇ ਹਨ। ਨਾ ਗਰਮੀ ਸਰਦੀ ਇਹਨਾਂ ਨੂੰ ਪਾਉਂਦੀ ਹੈ, ਨਾ ਕੋਈ ਬਿਮਾਰੀ ਹੀ ਲਾਗੇ ਲੱਗਦੀ ਹੈ। ਕੱਛੇ ਉੱਤੋਂ ਦੀ ਭੂਰੇ ਦੀ ਗਿਲਤੀ ਨਾਲ ਹਾੜ ਸਿਆਲ ਗੁਜ਼ਾਰ ਲੈਂਦੇ ਹਨ, ਪਰ ਹਥਿਆਰ ਜਿੰਨੇ ਵੀ ਮਿਲ ਜਾਣ ਥੋੜੇ ਹਨ। ਤੁਰਦੇ ਫਿਰਦੇ ਹੀ ਖਾ ਪੀ ਤੇ ਸੌਂ ਲੈਂਦੇ ਹਨ। ਦੰਗਾ ਕਰਨਾ ਤਾਂ ਇਹਨਾਂ ਦੀ ਜਾਤ ਗੋਤ ਹੈ। ਲੜਨ ਭਿੜਨ ਦੇ ਬੜੇ ਆਸ਼ਕ ਹਨ। ਮੌਤ ਨੂੰ ਅਗਲਵਾਂਢੀ ਹੋ ਕੇ ਟਿਚਰਾਂ ਕਰਦੇ ਹਨ। 5 ਹੋਣ ਤਾਂ 500 ਨਾਲ ਹੀ ਮੱਥਾ ਡਾਹ ਲੈਂਦੇ ਹਨ। ਜ਼ਖਮਾਂ ਦੀ ਤਾਂ ਜਰਾ ਵੀ ਪਰਵਾਹ ਨਹੀਂ ਕਰਦੇ, ਆਪੇ ਹੀ ਮਿਲ ਮੁਲ ਜਾਂਦੇ ਹਨ। ਹਕੂਮਤ ਦੇ ਖਿਲਾਫ ਹਰ ਵੇਲੇ ਲੱਕ ਬੰਨੀ ਫਿਰਦੇ ਹਨ ਤੇ ਜ਼ੁਲਮ ਦਾ ਟਾਕਰਾ ਕਰਨਾ ਧਰਮ ਸਮਝਦੇ ਹਨ। ਇੱਕ ਰੱਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ ਤੇ ਦੋਵੇਂ ਵੇਲੇ ਆਪਣੇ ਮੁਰਸ਼ਿਦ ਦਾ ਕਲਾਮ ਗੁਰਬਾਣੀ ਪੜ੍ਹਦੇ ਹਨ। ਇਹਨਾਂ ਦੀਆਂ ਤਾਂ ਹਜ਼ੂਰ ਅਜਬ ਹੀ ਗੱਲਾਂ ਹਨ। ਨਾਦਰ ਸ਼ਾਹ ਨੇ ਮੁੜ ਸਵਾਲ ਕੀਤਾ ਕਿ ਇਹਨਾਂ ਦੇ ਘਰ ਘਾਟ ਤਾਂ ਕਿਤੇ ਹੋਣਗੇ ਹੀ, ਦੱਸੋ ਉਹਨਾਂ ਨੂੰ ਬਰਬਾਦ ਕਰ ਦਿੱਤਾ ਜਾਵੇ। ਖਾਨ ਬਹਾਦਰ ਨੇ ਉੱਤਰ ਵਿੱਚ ਕਿਹਾ ਕਿ ਇਹਨਾਂ ਦੇ ਘਰ ਘਾਟ ਇਹਨਾਂ ਦਿਆਂ ਘੋੜਿਆਂ ਦੀਆਂ ਕਾਠੀਆਂ ਉੱਤੇ ਹੀ ਹਨ। ਨਾਦਰ ਸ਼ਾਹ ਫਿਰ ਬੋਲਿਆ, ਇਹ ਹਥਿਆਰ ਘੋੜੇ ਤੇ ਹੋਰ ਸਾਜੋ ਸਮਾਨ ਕਿੱਥੋਂ ਹਾਸਲ ਕਰਦੇ ਹਨ? ਜ਼ਕਰੀਆ ਖਾਨ ਨੇ ਧੀਮੀ ਸੁਰ ਵਿੱਚ ਜਵਾਬ ਦਿੱਤਾ, ਜਿਵੇਂ ਹਜੂਰ ਜਹਾਂ ਪਨਾਹ ਜੈਸੇ
दुनिया के सब तो ताकतवर पातशाह की फौज तो हजूर दी अखां सामने ही धन माल लुट लिया। इंज ही साडियां हिंदुस्तान दीयां फौजां तो हथियार, घोड़े ते होर साजो समान खो खिंज के लै जांदे हन। यह सुन के नादर शाह मुस्कुरा पिया ते कहन लगा, पुत्र जकरिया खान, इन्हां तो डरना चाहिदा है। ओह समा दूर नहीं जद यह सिर कड्डणगे ते इस मुल्क दे मालक बन जाणगे। कुछ देर चुप रहन पिछों नादर शाह ने फिर कहा, भावें यह तुहाडे साडे मारन दे नहीं, पर फिर भी जिथों तक होवे मुहतात रहो। अपने बचाव लई जे हो सके तो सख्ती जारी रखो। तेरी सहायता लई दिल्ली नूं लिख देंदा हां। मेरे वल्लों सहायता लई माल गुजारी दा एक खास हिस्सा मुआफ किया जाता है। जिवें ते जद तक हो सकदा है अपना बचा करो। जकरिया खान वल्लों पहिलां नालों ज़्यादा सख्ती। जकरिया खान ने ਸਿੰਘਾਂ नाल सख्ती करन विच भावें ढिल तां कोई पहिलां ही नहीं सी गुजारी, पर नादर शाह नाल होई बातचीत तो उसनूं बड़ी निमोशी आई। उसने तमक खाधी ते क्रोध विच मच उठिया। सो उसने नवें सिरों एक वड्डों ही खालसे दी कतलाम शुरू कर दित्ती। यह मई 1739 तो लैके 1746 ईस्वी तक याहिया खान दे समय पूरी सरगर्मी नाल चालू रही। सारे इलाकों दियां चौधरियां, नंबरदारां आदि नूं हुक्म जारी किए गए कि किसी भी पिंड विच कोई सिख रहन न दिता जाए। आप मारो जां जिंदा फड़वाओ, सिरां दे हिसाब नाल इनाम पावो। श्री अमृतसर ते तरन ताਰਨ दे ਸਰੋਵਰਾਂ उदाले चौंकी पहरे होर पक्के कर दिते कि इशनान नूं आया कोई सिख जिंदा बच के ना जावे। हर भगत निरंजनीए, जंडियाले वाले आकलदास, राम रंधावे घणीए वाले, करमे छीने, धर्मदास तोपी जोधा नगरीए, साहिब राय संधू नौशहरीए, हैबत मल धनेसटे वाले, राय खुशहाली संधू काने वाले, मद्दो चौधरी मजीठे वाले आदिक ने सिख फड़वाउण अते मरवाउण विच बहुत वध चढ़ के हिस्सा लिया। बहुत सारे राठ सिंह तां पहिलां ही मालवे वाल नूं सरक गए सन। वाहियां ते होर कार विहार करन वाले जो अमन नाल वसदे सन, जद उन्हां नूं भी ना बख्शिया गया तां पिंडां दे पिंड खाली हो गए। बहुते हठी ते सिरड़ी पंजाब छड्ड के तां ना गए, पर जंगलां बेलियां विच परेडे जा टिके ते सरकार दे इस दावे नूं झूठा करन लई कि सिंह खत्म कर दिते गए हन। भेस बदल के मौका पा के इशनान करके जकारे गजांदे सरकार नूं वंगार आउंदे कि सिख इत्थे ही तुहाडी हिक ते चढ़े फिरदे हन, अजे किधरे नहीं गए, नित पंजाब विच ही गज्जणगे। मस्से रंगड़ दा बेअदबी लई दरबार साहिब डेरा लाउणा। श्री अमृतसर मस्से रंगड़ मंडियालीए दी चौध रायत विच सी। उसनूं खान बहादुर ने लाहौर बुला के हुक्म दिता कि अब्दुल रज़ाक दे मारे जाण पिछों दरबार साहिब दे उदाले पहरे विच जो ढिल आई है, इसनूं फिर करड़ा किया जावे। सिखां नूं लागे ना आउण दिता जावे अते जिन्ना जल्दी हो सके सरोवर नूं मुंद दिता जावे। मस्से रंगड़ ने यह बेड़ा चुक लिया ते यह काम सिरे चढ़ाउण लई बहुत सारी फौज लाहौरों नाल लै लई। श्री अमृतसर पहुँच के सारे शहर नूं घेरे विच लै लिया ते दरबार साहिब दुआले बड़े करड़े पहरे ला के अपना हैडकुआटर दरबार साहिब नूं बना लिया। सारे शहर ते इर्द गिर्द दीआं बस्तियां विच डोंडी पटवा दित्ती कि हर मुसलमान दा यह दीनी फर्ज है कि काफरां दा धार्मिक केंद्र सदा लई खत्म कर देण विच सरकार दा हथ वटावे ते सवाब हासिल करे। लाचार ते असमर्थ हिंदुआं नूं नेजे दी नोक अगे ला के सरोवर पूरन दे काम विच जो लिया। शहर दा कूड़ा करकट, मिट्टी, मलबा ते डंगरां दे हड्ड चम सरोवर विच सुੱਟਣੇ आरंभ हो गए। परिक्रमा विच ही गऊआं वेड़े हलाल करके फौज वास्ते देगां विच रिझणे शुरू हो गए। दरबार साहिब विच ते अकाल तख्त उत्ते हुक्के गुड़गुड़ाउण ते शराब दे खुले दौर चलन लग पए। रंगड़ ने आप हरमंदर साहिब विच पलंग विछवा लिया ते हुक्के शराब दी वरतों करन लगा। अंदर महफिलां जमन लग पईयां जिन्हां विच वेशवावां दे मुजरे होण लगे। भंड ते कवाल भी अपने हुनर पेश करन लई बुला लए जांदे। दुनिया विच एडा माड़ा कुकर्म किसे ने विरोधियां दे धर्म अस्थान ते शायद ही कीता होवे। नाच, मुजरे, नकलां ते कवालियां रोज़ दा ही नेम बन गया।
ਮੱਸੇ ਦੀ ਇਸ ਵਧੀਕੀ ਦੀ ਖਬਰ ਸਾਰੇ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕ ਕਹਿਣ ਲੱਗ ਪਏ ਕਿ ਇਸ ਦਾ ਹਾਲ ਵੀ ਅਬਦੁਲ ਰਜ਼ਾਕ ਵਾਲਾ ਹੀ ਹੋਵੇਗਾ। ਇੱਥੇ ਹੀ ਇਜਾਜ਼ਤ ਦਿਓ। ਅੱਜ ਅਸੀਂ ਇਹ ਭਾਗ ਪੰਨਾ ਨੰਬਰ 87 ਤੱਕ ਹੀ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।